ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਨਵੇਂ ਬਦਲਾਅ ਦਾ ਕਈ ਮਹੀਨੇ ਪਹਿਲਾਂ ਐਲਾਨ ਹੋਇਆ ਸੀ। ਉਹ ਬਦਲਾਅ ਕੀ ਹੈ, ਇਸ ਦਾ ਐਲਾਨ ਅੱਜ ਹੋ ਗਿਆ ਹੈ। ਜਿਨ੍ਹਾਂ ਖਿੱਤਿਆਂ ਵਿੱਚ ਕੈਨੇਡਾ ਨੂੰ ਕਾਮਿਆਂ ਦੀ ਸਭ ਤੋਂ ਵੱਧ ਲੋੜ ਹੈ, ਉਹਨਾਂ ਦੇ ਲਈ ਐਕਸਪ੍ਰੈਸ ਐਂਟਰੀ ਦੇ ਖਾਸ ਡਰਾਅ ਕੱਢੇ ਜਾਣਗੇ, ਜਿਸ ਵਿੱਚ ਕਾਫੀ ਘੱਟ CRS ਸਕੋਰ ਵੀ ਹੋ ਸਕਦਾ ਹੈ ਤੇ ਉਹਨਾਂ ਦੇ ਲਈ ਅੱਗੇ PR ਦੀ ਪ੍ਰਕਿਰਿਆ ਚੱਲ ਪਵੇਗੀ। ਹਰ ਸਾਲ ਹਾਲਾਤ ਮੁਤਾਬਕ ਖਿੱਤੇ ਚੁਣੇ ਜਾਣਗੇ ਕਿ ਕਿਹਨਾਂ ਨੂੰ ਇਸ ਡਰਾਅ ਵਿੱਚ ਸ਼ਾਮਲ ਕੀਤਾ ਜਾਣਾ ਹੈ, ਜਿਸ ਲਈ ਕੰਮ ਦਾ ਤਜਰਬਾ ਵੀ 6 ਮਹੀਨੇ ਦਾ ਹੀ ਚਾਹੀਦਾ ਹੋਵੇਗਾ। ਜੋ ਇਸ ਸਾਲ ਖਿੱਤੇ ਚੁਣੇ ਗਏ ਨੇ, ਉਸ ਦੇ ਬਾਰੇ ਤੁਹਾਨੂੰ ਵਿਸਥਾਰ ਵਿੱਚ ਜਾਣਕਾਰੀ ਦੇਵਾਂਗੇ। ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਦੇ ਲਈ ਜੋ ਇਹ ਐਲਾਨ ਹੋਇਆ ਹੈ, ਉਸ ਤੋਂ ਬਾਅਦ ਕਈ ਪ੍ਰਵਾਸੀਆਂ ਦੇ ਮਨ ਵਿੱਚ ਸਵਾਲ ਨੇ ਕਿ ਕੀ ਉਹ ਜੋ ਕੰਮ ਕਰ ਰਹੇ ਨੇ ਉਹ ਤਾਜ਼ਾ ਐਲਾਨ ਮੁਤਾਬਕ ਐਕਸਪ੍ਰੈਸ ਐਂਟਰੀ ਅਧੀਨ ਆਉਂਦਾ ਹੈ ਜਾਂ ਨਹੀਂ। ਜਿੰਨੀਆਂ ਵੀ ਜੌਬ ਪੋਜੀਸ਼ਨਸ ਇਸ ਐਕਸਪ੍ਰੈਸ ਐਂਟਰੀ ਅਧੀਨ ਆਉਣਗੀਆਂ, ਇੱਕ ਦੇ ਬਾਰੇ ਹੁਣ ਤੁਹਾਨੂੰ ਅਸੀਂ ਦੱਸਾਂਗੇ। ਜਿਵੇਂ ਕਿ ਹੁਣ ਐਗਰੀਕਲਚਰ ਤੇ ਐਗਰੀ ਫੂਡ ਵਾਲੇ ਕਾਮੇ ਨੇ, ਉਸ ਦੇ ਅਧੀਨ ਜੋ ਜੌਬ ਪੋਜੀਸ਼ਨਸ ਨੇ ਉਸ ਵਿੱਚ ਨੇ ਕੰਟਰੈਕਟਰ ਤੇ ਸੁਪਰਵਾਈਜ਼ਰ, ਲੈਂਡਸਕੇਪਿੰਗ, ਗਰਾਊਂਡਸ ਮੇਨਟੇਨੈਂਸ ਤੇ ਹਾਰਟੀਕਲਚਰ ਸਰਵਿਸਿਜ਼। ਤੇ ਇਸ ਦੇ ਨਾਲ ਹੀ ਐਗਰੀਕਲਚਰਲ ਸਰਵਿਸ ਕੰਟਰੈਕਟਰਸ ਤੇ ਫਾਰਮ ਸੁਪਰਵਾਈਜ਼ਰ, ਬੁਚਰਸ, ਰੀਟੇਲ ਤੇ ਹੋਲਸੇਲ। ਜੋ ਟਰਾਂਸਪੋਰਟ ਨਾਲ ਜੁੜੇ ਕਾਮੇ ਹੋਣਗੇ ਉਹ ਨੇ 에ਅਰਕ੍ਰਾਫਟ ਅਸੈਂਬਲਰਸ, 에ਅਰਕ੍ਰਾਫਟ ਅਸੈਂਬਲੀ ਇੰਸਪੈਕਟਰਸ, ਟਰਾਂਸਪੋਰਟ ਟਰੱਕ ਡਰਾਈਵਰ, ਰੇਲਵੇ ਟ੍ਰੈਫਿਕ ਕੰਟਰੋਲਰ, ਮੈਰੀਨ ਟ੍ਰੈਫਿਕ ਰੈਗੂਲੇਟਰਸ, ਇੰਜੀਨੀਅਰ ਆਫਿਸਰਸ, ਵਾਟਰ ਟਰਾਂਸਪੋਰਟ, ਡੈਕ ਆਫਿਸਰਸ, ਵਾਟਰ ਟਰਾਂਸਪੋਰਟ, 에ਅਰ ਟ੍ਰੈਫਿਕ ਕੰਟਰੋਲਰਸ ਤੇ ਇਸ ਦੇ ਨਾਲ ਜੁੜੀਆਂ ਨੌਕਰੀਆਂ, 에ਅਰ ਪਾਇਲਟਸ, ਫਲਾਈਟ ਇੰਜੀਨੀਅਰਸ, ਫਲਾਈਂਗ ਇੰਸਟ੍ਰਕਟਰਸ, 에ਅਰਕ੍ਰਾਫਟ ਮਕੈਨਿਕਸ, 에ਅਰਕ੍ਰਾਫਟ ਇੰਸਪੈਕਟਰਸ, ਰੇਲਵੇ ਕਾਰਮੈਨ ਤੇ ਵੂਮੈਨ ਮੈਨੇਜਰਸ ਜੋ ਟਰਾਂਸਪੋਰਟੇਸ਼ਨ ਵਿੱਚ ਨੇ। ਤੇ ਜੋ ਟ੍ਰੇਡ ਆਕੂਪੇਸ਼ਨਸ ਨੇ ਉਹਨਾਂ ਅਧੀਨ ਜੋ ਆਉਂਦੇ ਨੇ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਇੰਸਟਾਲਰ ਤੇ ਸਰਵਿਸਰਸ, ਐਲੀਵੇਟਰ ਕੰਸਟਰਕਟਰਸ ਤੇ ਮਕੈਨਿਕਸ, ਮਸ਼ੀਨ ਫਿਟਰਸ, ਹੀਟਿੰਗ, ਰੈਫਰੀਜਰੇਸ਼ਨ ਤੇ 에ਅਰ ਕੰਡੀਸ਼ਨਿੰਗ ਮਕੈਨਿਕਸ, ਕੰਸਟਰਕਸ਼ਨ, ਮਿਲਰਾਈਟਸ ਤੇ ਇੰਡਸਟਰੀਅਲ ਮਕੈਨਿਕਸ, ਕਾਰਪੈਂਟਰ, ਪਲੰਬਰ, ਇਲੈਕਟ੍ਰੀਸ਼ੀਅਨਸ ਜਿਸ ਦੇ ਵਿੱਚ ਇੰਡਸਟਰੀਅਲ ਤੇ ਪਾਵਰ ਸਿਸਟਮ ਵਾਲੇ ਨਹੀਂ ਨੇ, ਵੈਲਡਰਸ ਤੇ ਇਸ ਦੇ ਨਾਲ ਜੁੜੇ ਹੋਏ ਮਸ਼ੀਨ ਆਪਰੇਟਰ, ਕੰਟਰੈਕਟਰ ਤੇ ਸੁਪਰਵਾਈਜ਼ਰ ਤੇ ਹੋਰ ਕੰਸਟਰਕਸ਼ਨ ਟ੍ਰੇਡਸ, ਇੰਸਟਾਲਰਸ, ਰਿਪੇਅਰਰਸ ਤੇ ਸਰਵਿਸਰਸ। ਤੇ ਜੋ STEM ਹੈ ਉਸ ਦੇ ਅਧੀਨ ਨੇ ਆਰਕੀਟੈਕਚਰ ਤੇ ਸਾਇੰਸ ਮੈਨੇਜਰ, ਬਿਜ਼ਨਸ ਸਿਸਟਮ ਸਪੈਸ਼ਲਿਸਟ, ਸਿਵਲ ਇੰਜੀਨੀਅਰਸ, ਕੰਪਿਊਟਰ ਤੇ ਇਨਫੋਰਮੇਸ਼ਨ ਸਿਸਟਮ ਮੈਨੇਜਰਸ, ਕੰਪਿਊਟਰ ਇੰਜੀਨੀਅਰਸ ਜਿਸ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਤੇ ਡਿਜ਼ਾਈਨਰ ਸ਼ਾਮਲ ਨਹੀਂ ਨੇ, ਕੰਪਿਊਟਰ ਸਿਸਟਮਸ ਡਿਵੈਲਪਰਸ ਤੇ ਪ੍ਰੋਗਰਾਮਰਸ, ਸਾਈਬਰ ਸਿਕਿਉਰਿਟੀ ਸਪੈਸ਼ਲਿਸਟ, ਡਾਟਾ ਸਾਇੰਟਿਸਟ, ਡਾਟਾਬੇਸ ਐਨਾਲਿਸਟ ਤੇ ਡਾਟਾ ਐਡਮਿਨਿਸਟ੍ਰੇਟਰਸ। ਤੇ ਜੋ ਸਿਹਤ ਕਾਮਿਆਂ ਦੀਆਂ ਪੋਜੀਸ਼ਨਸ ਨੇ ਆਡੀਓਲੋਜਿਸਟ, ਸਪੀਚ ਲੈਂਗੁਏਜ ਪੈਥੋਲੋਜਿਸਟ, ਕਾਇਰੋਪ੍ਰੈਕਟਰਸ, ਡੈਂਟਿਸਟ, ਡਾਈਟੀਸ਼ੀਅਨ ਤੇ ਨਿਊਟ੍ਰੀਸ਼ਨਿਸਟ, ਐਜੂਕੇਸ਼ਨ ਕਾਉਂਸਲਰਸ, ਜਨਰਲ ਪ੍ਰੈਕਟੀਸ਼ਨਰਸ ਤੇ ਫੈਮਿਲੀ ਫਿਜ਼ੀਸ਼ੀਅਨਸ, ਇੰਸਟ੍ਰਕਟਰਸ ਉਹਨਾਂ ਦੇ ਜਿਹੜੇ ਡਿਸੇਬਿਲਟੀਜ਼ ਵਾਲੇ ਹੁੰਦੇ ਨੇ, ਥੈਰੇਪੀ ਤੇ ਅਸੈਸਮੈਂਟ ਨਾਲ ਜੁੜੇ ਹੋਏ ਖਿੱਤੇ, ਲਾਇਸੈਂਸਡ ਪ੍ਰੈਕਟੀਕਲ ਨਰਸਿਸ, ਮਸਾਜ ਥੈਰੇਪਿਸਟ। ਤੇ ਇਸ ਦੇ ਨਾਲ ਹੀ ਉਹ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਹੜੇ ਕਿ ਫ੍ਰੈਂਚ ਭਾਸ਼ਾ ਜਾਣਦੇ ਨੇ। ਫ੍ਰੈਂਚ ਨਾਲ ਜੁੜਿਆ ਹੋਇਆ ਜੋ ਟੈਸਟ ਹੈ ਉਸ ਦੇ ਵਿੱਚ ਘੱਟੋ ਘੱਟ 7 ਦਾ ਸਕੋਰ ਹੋਣਾ ਜ਼ਰੂਰੀ ਹੈ। ਭਾਸ਼ਾ ਨਾਲ ਜੁੜੇ 4 ਟੈਸਟਾਂ ਦੇ ਵਿੱਚੋਂ ਹਰ ਇੱਕ ਵਿੱਚ ਘੱਟੋ ਘੱਟ 7 ਸਕੋਰ ਹੋਣਾ ਜ਼ਰੂਰੀ ਹੈ। ਜਦੋਂ ਵੀ ਐਕਸਪ੍ਰੈਸ ਐਂਟਰੀ ਦਾ ਇਹਨਾਂ ਖਿੱਤਿਆਂ ਨਾਲ ਜੁੜਿਆ ਹੋਇਆ ਡਰਾਅ ਆਉਂਦਾ ਹੈ, ਜਿਸ ਦੇ ਵਿੱਚ ਉਹਨਾਂ ਦੀ ਅੱਗੇ PR ਦੇ ਲਈ ਪ੍ਰਕਿਰਿਆ ਚੱਲ ਸਕਦੀ ਹੈ। Today's announcement, we have some very good news. We've been working towards changes for the Federal Express Entry System, which is the flagship federal economic program when it comes to welcoming newcomers to Canada. Under this program, we are able to identify some of the most talented people in the world who wish to come to Canada. The way the system operates is by assigning a score to a person on the basis of their education, their work experience, their age, their linguistic competencies, and a series of other factors. The highest scoring candidates will each year, when there are draws to welcome newcomers to Canada, will be invited to become permanent residents to this country. It's been very good at identifying talented people, but as has become clear as we deal with the labour shortage after the pandemic and the continuing concern around a skills shortage for the next generation, is that we needed to do more to make sure we're not just bringing talented people to Canada, but bringing talented people into the sectors that face the greatest demands. I'm pleased to share that over the next number of weeks, we are going to be moving forward with a category-based selection model under the Express Entry System. This is going to allow us to have targeted immigration practices that will allow us to do a specific draw for Francophone newcomers to Canada, and it will also allow us to do specific draws in 5 key sectors. Those key sectors are healthcare, the skilled trades, STEM professions, science, technology, engineering and math, agriculture and transportation.
What we've been hearing is these sectors are not only facing short-term demands, but over the course of the next number of decades, we expect some of these shortages to continue if further action is not taken. Over the next number of weeks, we'll be sharing information about the specific targeted draws for both Francophone newcomers and the targeted draws in each of these key sectors.